ਵਾਹਿਗੁਰੂ जी का खालसा वाहिगुरू जी की फतेह। प्यारे विद्यार्थियों, अज असी लैसन नंबर 2 कुदरती साधन नूं पढ़ांगे। इस बारे जानकारी विस्तार विच प्राप्त करांगे। सो कुदरती साधन भाव कुदरत वालों प्राप्त होए साधनां नूं कुदरती साधन कहंदे हन। साधन पिछे भी पढ़िया ही ਉਹ ਅਰਥਵਾਨ ਪਦਾਰਥ ਜੋ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ। ਇਸ ਕਰਕੇ ਕੁਦਰਤ ਵੱਲੋਂ ਪ੍ਰਾਪਤ ਹੋਣ ਵਾਲੇ ਸਾਧਨਾਂ ਨੂੰ ਕੁਦਰਤੀ ਸਾਧਨ ਕਹਿੰਦੇ ਆ, ਜਿਵੇਂ ਭੂਮੀ, ਪਾਣੀ, ਮਿੱਟੀ, ਬਨਸਪਤੀ, ਇਹ ਸਾਰੇ। ਤੇ ਇਹ ਸਾਧਨ ਜਿਹੜੇ ਆ ਕਿਸੇ ਦੇਸ਼ ਦੇ ਵਿੱਚ ਜ਼ਿਆਦਾ ਮਾਤਰਾ ਵਿੱਚ ਹੋਣਗੇ ਤੇ ਬੇਟਾ ਉਹ ਦੇਸ਼ ਜ਼ਿਆਦਾ ਵਿਕਸਿਤ ਹੋਏਗਾ। ਭਾਵ ਕਿਸੇ ਦੇਸ਼ ਦੀ ਅਰਥ ਵਿਵਸਥਾ ਨੂੰ ਵਿੱਚ ਇਹਨਾਂ ਸਾਧਨਾਂ ਨੂੰ ਰੀੜ੍ਹ ਦੀ ਹੱਡੀ ਜਿਹੜਾ ਉਹ ਕਿਹਾ ਜਾਂਦਾ ਹੈ। ਠੀਕ ਹੈ, ਦੇਸ਼ ਦੀ ਤਾਕਤ ਖੁਸ਼ਹਾਲੀ ਦਾ ਆਧਾਰ ਜਿਹੜੇ ਇਹ ਸਾਧਨ ਮੰਨੇ ਜਾਂਦੇ ਆ। ਇਸ ਲੈਸਨ ਦੇ ਵਿੱਚ ਬੇਟਾ ਅਸੀਂ ਹੇਠ ਲਿਖੇ ਕੁਦਰਤੀ ਸਾਧਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਨੰਬਰ 1 ਭੂਮੀ ਸਾਧਨ, ਨੰਬਰ 2 ਮਿੱਟੀ ਸਾਧਨ, ਨੰਬਰ 3 ਪਾਣੀ ਸਾਧਨ, ਨੰਬਰ 4 ਕੁਦਰਤੀ ਬਨਸਪਤੀ, 5 ਜੰਗਲੀ ਜੀਵ, 6 ਖਣਿਜ ਅਤੇ ਸ਼ਕਤੀ ਸਾਧਨ। ਹੁਣ ਇਹਨਾਂ ਬਾਰੇ ਆਪਾਂ ਵਿਸਤਾਰ ਵਿੱਚ ਪੜਾਂਗੇ। ਸਭ ਤੋਂ ਪਹਿਲੇ ਨੰਬਰ 'ਤੇ ਬੇਟਾ ਆਉਂਦਾ ਭੂਮੀ ਸਾਧਨ। ਭੂਮੀ ਜੋ ਮਨੁੱਖ ਪੁਰਾਣੇ ਸਮੇਂ ਤੋਂ ਜਿਸ ਨੂੰ ਵਰਤਦਾ ਆਉਂਦਾ ਹੈ। ਠੀਕ ਹੈ, ਮਨੁੱਖ ਦੇ ਲਈ ਬਹੁਤ ਵਡਮੁੱਲਾ ਸਥਾਨ ਆ। ਮਨੁੱਖ ਭੂਮੀ 'ਤੇ ਰਹਿੰਦਾ ਹੈ, ਆਪਣੀਆਂ ਲੋੜਾਂ ਜਿਹੜੀਆਂ ਉਹਨਾਂ ਨੂੰ ਪੂਰਾ ਕਰਦਾ ਹੈ। ਅਤੇ ਸਾਡੀ ਧਰਤੀ ਦੇ ਵਿੱਚ ਆਪਾਂ ਇਹ ਪੜ੍ਹਿਆ ਹੈ ਕਿ 71% ਹਿੱਸਾ ਪਾਣੀ ਆ ਅਤੇ ਸਿਰਫ 29% ਹੀ ਭੂਮੀ ਜਿਹੜੀ ਉਹ ਪਾਈ ਜਾਂਦੀ ਹੈ। ਅਤੇ 29% ਭੂਮੀ ਦੇ ਵਿੱਚ ਹੀ ਆਉਂਦੇ ਆ ਪਹਾੜ, ਪਠਾਰ ਅਤੇ ਮੈਦਾਨ। ਇਹਨਾਂ ਤੱਤਾਂ ਦੇ ਇਹਨਾਂ ਅਗਲੇ ਹਿੱਸਿਆਂ ਦੇ ਵਿੱਚ ਇਹ ਵੰਡਿਆ ਹੋਇਆ ਹੈ ਧਰਾਤਲੀ ਵਰਗ। ਅਤੇ ਮਨੁੱਖ ਜਿਹੜਾ ਵਾ ਇਹਨਾਂ ਧਰਾਤਲੀ ਦੇ ਵੱਖ-ਵੱਖ ਰੂਪਾਂ ਦੇ ਅਨੁਸਾਰ ਆਪਣੀਆਂ ਕਿਰਿਆਵਾਂ ਜਿਹੜੀਆਂ ਕੰਮ ਹੈ ਉਹ ਕਰਦਾ ਹੈ। ਪਰਬਤੀ ਭਾਗ ਜਿਹੜੇ ਆ ਬੇਟਾ ਉਹ ਜ਼ਿਆਦਾ ਮਨੁੱਖ ਦੇ ਰਹਿਣ ਦੇ ਲਈ ਢੁਕਵੇਂ ਨਹੀਂ ਹੈਗੇ। ਇਸ ਕਰਕੇ ਇੱਥੇ ਪਾਪੂਲੇਸ਼ਨ ਜਿਹੜੀ ਉਹ ਘੱਟ ਹੁੰਦੀ ਆ, ਜਦ ਕਿ ਮੈਦਾਨੀ ਖੇਤਰ ਦੇ ਵਿੱਚ ਬੇਟਾ ਇਹ ਪੱਧਰੇ ਹੁੰਦੇ ਆ, ਉਪਜਾਊ ਹੁੰਦੇ ਆ, ਮਨੁੱਖ ਦੀਆਂ ਲੋੜਾਂ ਆਸਾਨੀ ਨਾਲ ਪੂਰੀਆਂ ਹੋ ਸਕਦੀਆਂ। ਇਸ ਕਰਕੇ ਇੱਥੇ ਪਾਪੂਲੇਸ਼ਨ ਜਿਹੜੀ ਉਹ ਜ਼ਿਆਦਾ ਹੁੰਦੀ ਹੈ। ਅਤੇ ਸਾਡਾ ਦੇਸ਼ ਜਿਹੜਾ ਵਾ ਬਹੁਤ ਵਿਸਤਾਰ ਵਾਲਾ ਦੇਸ਼ ਹੈ, ਵੱਡਾ ਦੇਸ਼ ਹੈ ਕਹਿ ਲਓ। ਇਸ ਦਾ ਖੇਤਰਫਲ 32,87,263 ਵਰਗ ਕਿਲੋਮੀਟਰ ਹੈਗਾ ਹੈ। ਅਤੇ ਉਸ ਖੇਤਰਫਲ ਦੇ ਵਿੱਚ ਭਾਰਤ ਦੇ ਪਹਾੜੀ ਖੇਤਰ ਵਿੱਚ ਬੇਟਾ 30% ਹਿੱਸਾ ਜਿਹੜਾ ਉਹ ਆਉਂਦਾ ਹੈ। ਅਤੇ ਇਸ 30% ਹਿੱਸੇ ਜਿਹੜੇ ਪਹਾੜ ਆ ਬੇਟਾ ਇਹਨਾਂ ਵਿੱਚੋਂ ਜਿਹੜੇ ਸੁੰਦਰਤਾ ਦੇ ਪੱਖੋਂ ਬੜੇ ਵਧੀਆ ਲੱਗਦੇ ਆ। ਸੈਲਾਨੀ ਜਿਹੜੇ ਆ ਇਹਨੂੰ ਵੇਖਣ ਦੇ ਲਈ ਜਾਂਦੇ ਹੈਗੇ ਆ। ਇਸ ਤੋਂ ਨੈਕਸਟ ਆਉਂਦਾ ਹੈ ਪਠਾਰੀ ਖੇਤਰ। ਪਠਾਰੀ ਖੇਤਰ ਜਿਹੜਾ ਵਾ ਸਾਡੇ ਇੰਡੀਆ ਦਾ 27% ਹਿੱਸਾ ਹੈ। ਪਠਾਰੀ ਖੇਤਰ ਜਿਹਦੇ ਨੂੰ ਆਪਾਂ ਇੰਗਲਿਸ਼ ਪਲੈਟਿਊ ਵੀ ਕਹਿੰਦੇ ਹਾਂ। ਠੀਕ ਹੈ, ਪਠਾਰ ਜੋ ਸਾਈਡਾਂ ਤੋਂ ਤਿੱਖੀ ਅਤੇ ਉੱਪਰੋਂ ਪੱਧਰੀ ਹੁੰਦੀ ਆ। ਠੀਕ ਹੈ, 27% ਹਿੱਸੇ 'ਚ ਪਾਈ ਜਾਂਦੀ ਆ। ਮੇਜ਼ ਵਾਂਗ ਹੋਣ ਕਰਕੇ ਇਸ ਨੂੰ ਮੇਜ਼ਪੂ ਰੂਪ ਵੀ ਕਿਹਾ ਜਾਂਦਾ ਹੈ। ਠੀਕ ਹੈ, ਇਹਦੇ ਵਿੱਚ ਉੱਚ ਖੇਤੀਬਾੜੀ ਵੀ ਕੀਤੀ ਜਾਂਦੀ ਆ ਅਤੇ ਇੱਥੋਂ ਬਹੁਤ ਸਾਰੇ ਖਣਿਜ ਪਦਾਰਥ ਜਿਹੜੇ ਉਹ ਪ੍ਰਾਪਤ ਹੁੰਦੇ ਆ। ਤੀਸਰਾ ਪੁਆਇੰਟ ਆਉਂਦਾ ਹੈ ਮੈਦਾਨੀ ਖੇਤਰ। ਸੰਘਣੀ ਆਬਾਦੀ ਵਾਲਾ ਹੈ, ਖੇਤੀਯੋਗ ਹੁੰਦਾ ਹੈ ਅਤੇ 43% ਹਿੱਸੇ ਦੇ ਵਿੱਚ ਇੰਡੀਆ ਦੇ ਮੈਦਾਨੀ ਭਾਗ ਆ। ਮਨੁੱਖ ਦੀਆਂ ਬਹੁਤ ਸਾਰੀਆਂ ਲੋੜਾਂ ਦੀ ਪੂਰਤੀ ਹੁੰਦੀ ਹੈ। ਠੀਕ ਹੈ, ਇਹ 3 ਭਾਗ ਹੈਗੇ ਆ। ਇਸ ਤੋਂ ਇਲਾਵਾ ਹੁਣ ਇਹਨਾਂ ਭੂਮੀ ਦੀ ਜਿਹੜੀ ਵਰਤੋਂ ਆ ਉਹਦੀ ਗੱਲ ਕਰਾਂਗੇ ਕਿ ਭਾਰਤ ਵਿੱਚ ਭੂਮੀ ਦੀ ਵਰਤੋਂ ਜਿਹੜੀ ਉਹ ਕਈ ਤਰੀਕਿਆਂ ਦੇ ਨਾਲ ਕੀਤੀ ਜਾਂਦੀ ਹੈ। ਸਭ ਤੋਂ ਪਹਿਲੇ ਨੰਬਰ ਦੇ ਉੱਪਰ ਜੰਗਲ ਹੇਠ ਭੂਮੀ ਆਉਂਦੀ ਹੈ। ਜੰਗਲ ਹੇਠ ਭੂਮੀ ਭਾਵ ਇੰਡੀਆ ਹੇਠ 22.2% ਭਾਵ 22.2% ਹਿੱਸਾ ਹੀ ਜੰਗਲਾਂ ਹੇਠ ਆਉਂਦਾ ਹੈ। ਪਰ ਭਾਰਤ ਜਿਹੜਾ ਇੱਕ ਸੰਘਣੀ ਆਬਾਦੀ ਵਾਲਾ ਦੇਸ਼ ਹੈ ਅਤੇ ਆਬਾਦੀ ਦੇ ਅਕੋਰਡਿੰਗ ਸਾਡੇ ਦੇਸ਼ ਵਿੱਚ ਜੰਗਲ ਦਾ ਏਰੀਆ ਹੋਣਾ ਚਾਹੀਦਾ ਸੀ 33%। ਇਸ ਕਰਕੇ ਕੀ ਕਰਨਾ ਚਾਹੀਦਾ ਹੈ ਕਿ ਵੱਧ ਤੋਂ ਵੱਧ ਸਾਨੂੰ ਰੁੱਖ ਲਗਾਉਣੇ ਚਾਹੀਦੇ ਆ। ਜੰਗਲਾਂ ਦੀ ਕਟਾਈ ਜਿਹੜੀ ਉਹਦੇ ਉੱਪਰ ਰੋਕ ਜਿਹੜੀ ਉਹ ਲਗਾਉਣੀ ਚਾਹੀਦੀ ਹੈ, ਤਾਂ ਹੀ ਜਿਹੜਾ ਜੰਗਲਾਂ ਦਾ ਏਰੀਆ ਜਿਹੜਾ ਖੇਤਰ ਜਿਹੜਾ ਉਹ ਵੱਧ ਸਕੇਗਾ। ਨੰਬਰ 2 ਦੇ ਉੱਪਰ ਬੇਟਾ ਆਉਂਦਾ ਬਿਜਾਈ ਹੇਠ ਭੂਮੀ। ਬਿਜਾਈ ਹੇਠ ਭੂਮੀ ਭਾਵ ਨੈੱਟ ਜਿਹਦੇ 'ਤੇ ਖੇਤੀਬਾੜੀ ਕੀਤੀ ਜਾਂਦੀ ਆ ਉਹ 46% ਹਿੱਸਾ ਹੈ।
ਇਹਦੇ ਉੱਪਰ ਜਿਹੜਾ ਮਨੁੱਖ ਹੈ ਖੇਤੀਬਾੜੀ ਕਰਦਾ ਹੈ। ਨੰਬਰ 3 ਗੈਰ ਖੇਤੀ ਭੂਮੀ। ਗੈਰ ਖੇਤੀ ਭੂਮੀ ਜਿਹੜੀ ਆ ਇਹਦੇ ਵਿੱਚ ਬੇਟਾ ਨਹਿਰਾਂ, ਸੜਕਾਂ, ਪਿੰਡ, ਸ਼ਹਿਰ, ਰੇਲਵੇ ਲਾਈਨਾਂ ਇਹ ਸਾਰੀਆਂ ਆਉਂਦੀਆਂ ਜਿਨ੍ਹਾਂ ਨੇ ਧਰਤੀ ਨੂੰ, ਭੂਮੀ ਨੂੰ ਮੱਲਿਆ ਹੋਇਆ ਹੈ ਅਤੇ 14% ਹਿੱਸੇ ਦੇ ਵਿੱਚ ਇਹ ਆਉਂਦੀ ਹੈ ਅਤੇ ਇਹਦੇ ਵਿੱਚ ਹੀ ਬੰਜਰ ਭੂਮੀ ਵੀ ਗੈਰ ਖੇਤੀ ਭੂਮੀ 'ਚ ਹੀ ਸ਼ਾਮਲ ਕੀਤੀ ਜਾਂਦੀ ਹੈ। ਨੈਕਸਟ ਆਉਂਦਾ ਬੇਟਾ ਖੇਤੀ ਤੋਂ ਬਿਨਾਂ ਛੱਡੀ ਹੋਈ ਭੂਮੀ। ਖੇਤੀ ਤੋਂ ਬਿਨਾਂ ਛੱਡੀ ਹੋਈ ਭੂਮੀ ਭਾਵ ਕਿ ਇਸ ਭੂਮੀ ਦੇ ਉੱਤੇ ਖੇਤੀ ਤਾਂ ਹੁੰਦੀ ਆ ਪਰ ਭੂਮੀ ਨੂੰ 1 ਤੋਂ 5 ਸਾਲ ਦੇ ਲਈ ਖਾਲੀ ਛੱਡ ਦਿੱਤਾ ਜਾਂਦਾ ਹੈ। ਕਿਉਂ ਛੱਡਿਆ ਜਾਂਦਾ ਹੈ? ਕਾਰਨ ਇਹ ਆ ਕਿ ਬੇਟਾ ਜੇ ਉਹਨੂੰ ਖਾਲੀ ਛੱਡਦੇ ਆ ਤੇ ਉਹ ਇਸ ਕਰਕੇ ਕਿ ਭੂਮੀ ਦੀ ਉਪਜਾਊ ਸ਼ਕਤੀ ਜਿਹੜੀ ਦੁਬਾਰੇ ਵਾਪਸ ਆਵੇ ਤੇ 8% ਹਿੱਸੇ ਦਾ ਜਿਹੜਾ ਉਹ ਖੇਤੀ ਤੋਂ ਬਿਨਾਂ ਛੱਡੀ ਹੋਈ ਭੂਮੀ ਜਿਹੜੀ ਉਹ ਆਉਂਦੀ ਹੈ। ਨੈਕਸਟ ਟੌਪਿਕ ਖੇਤੀਯੋਗ ਪਰ ਵਿਅਰਥ ਭੂਮੀ ਭਾਵ ਭੂਮੀ ਜਿਹੜੀ ਖੇਤੀਯੋਗ ਹੈਗੀ ਆ ਪਰ ਕੁਝ ਕਾਰਨਾਂ ਕਰਕੇ ਉੱਥੇ ਖੇਤੀਬਾੜੀ ਨਹੀਂ ਕੀਤੀ ਜਾਂਦੀ, ਜਿਵੇਂ ਪਾਣੀ ਦੀ ਘਾਟ ਹੋ ਗਈ, ਮਿੱਟੀ ਰੁੜ ਜਾਂਦੀ ਹੈ ਜਾਂ ਭੂਮੀ ਦੇ ਵਿੱਚ ਪਾਣੀ ਜ਼ਿਆਦਾ ਚਿਰ ਖੜਾ ਰਹਿੰਦਾ ਹੈ। ਠੀਕ ਹੈ, ਇਸ ਕਾਰਨ ਕਰਕੇ ਇਹਨੂੰ ਵਰਤੋਂ ਵਿੱਚ ਨਹੀਂ ਲਿਆਂਦਾ ਜਾਂਦਾ। ਇਹ ਏਰੀਆ ਹੈਗਾ ਬੇਟਾ 5% ਏਰੀਆ। ਅਤੇ ਨੈਕਸਟ ਆਉਂਦਾ ਚਾਰਗਾਹਾਂ ਅਤੇ ਦਰੱਖਤਾਂ ਹੇਠ ਭੂਮੀ। ਚਾਰਗਾਹਾਂ ਜਿੱਥੇ ਪਸ਼ੂ ਚਰਾਏ ਜਾਂਦੇ ਆ ਅਤੇ ਦਰੱਖਤ ਹੇਠ ਭੂਮੀ ਜਿਹੜੇ ਸਾਡੇ ਆਲੇ ਦੁਆਲੇ ਆਮ ਦਰੱਖਤ ਜਿਹੜੇ ਅਸੀਂ ਲਗਾਉਂਦੇ ਉਹਨਾਂ ਦੀ ਗੱਲ ਕਰਾਂਗੇ ਅਤੇ ਉਹ ਆਉਂਦੇ ਆ ਅਤੇ 4% ਏਰੀਏ ਦੇ ਵਿੱਚ ਇਹ ਪਾਇਆ ਜਾਂਦਾ ਹੈ। ਠੀਕ ਹੈ, ਅਤੇ ਭੂਮੀ ਜਿਹੜੀ ਇੱਕ ਬਹੁਤ ਹੀ ਸੀਮਤ ਸਾਧਨ ਹੈਗਾ ਹੈ, ਇਸ ਕਰਕੇ ਭੂਮੀ ਨੂੰ ਵਧਾਇਆ ਤਾਂ ਨਹੀਂ ਜਾ ਸਕਦਾ ਪਰ ਭੂਮੀ ਦੀ ਵਰਤੋਂ ਜਿਹੜੀ ਆ ਉਹ ਸਾਨੂੰ ਵਧੀਆ ਢੰਗ ਨਾਲ, ਸੁਚੱਜੇ ਢੰਗ ਨਾਲ ਜਿਹੜੀ ਉਹ ਕਰਨੀ ਚਾਹੀਦੀ ਹੈ, ਤਾਂ ਹੀ ਜਿਹੜੀ ਭੂਮੀ ਦੀ ਉਪਜਾਊ ਸ਼ਕਤੀ ਬਰਕਰਾਰ ਰਹਿ ਸਕਦੀ ਹੈ। ਸੈਕਿੰਡ ਪੁਆਇੰਟ ਇਸੇ ਚੈਪਟਰ ਦਾ ਬੇਟਾ ਆਉਂਦਾ ਹੈ ਮਿੱਟੀ ਸਾਧਨ। ਮਿੱਟੀ ਕੀ ਹੁੰਦੀ ਹੈ? ਮਿੱਟੀ ਧਰਤੀ ਦੀ ਉੱਪਰਲੀ ਪਰਤ ਆ ਜੋ ਮੂਲ ਚਟਾਨਾਂ ਦੇ ਟੁੱਟਣ ਭੱਜਣ, ਜੀਵ ਜੰਤੂਆਂ ਦੇ ਗਲ ਸੜਨ ਦੇ ਨਾਲ ਬਣਦੀ ਹੈ। ਅਤੇ ਮਿੱਟੀ ਦੇ ਵਿੱਚ ਬੇਟਾ ਪੌਦੇ ਉਗਾਏ ਜਾਂਦੇ ਆ। ਠੀਕ ਹੈ, ਮਿੱਟੀ ਪੌਦੇ ਦੇ ਉੱਗਣ ਵਿੱਚ ਅਤੇ ਪੌਦਿਆਂ ਦੇ ਵਧਣ ਵਿੱਚ ਇਹ ਬਹੁਤ ਮਹੱਤਵਪੂਰਨ ਤੱਤ ਹੈਗਾ ਹੈ। ਅਤੇ ਇੱਕ ਇਹ ਨਵਿਆਉਣਯੋਗ ਸਾਧਨ ਹੈ। ਨਵਿਆਉਣਯੋਗ ਭਾਵੇਂ ਦੀ ਉਪਜਾਊ ਸ਼ਕਤੀ ਨੂੰ ਰੂੜੀ ਖਾਦਾਂ ਦੁਆਰਾ ਵਧਾਇਆ ਜਾ ਸਕਦਾ ਹੈ। ਮਿੱਟੀ ਦੀ ਰਚਨਾ ਬੇਟਾ ਲਗਾਤਾਰ ਕੰਟੀਨਿਊ ਪ੍ਰੋਸੈਸ ਹੈਗਾ ਹੈ, ਚੱਲਦੀ ਰਹਿੰਦੀ ਆ। ਅਤੇ ਮਿੱਟੀ ਦੀ ਰਚਨਾ ਦੇ ਵਿੱਚ ਮੂਲ ਚਟਾਨ, ਜਲਵਾਯੂ, ਪੌਦੇ ਅਤੇ ਜੀਵ ਜਿਹੜੇ ਆ ਇੱਕ ਮੇਨ ਤੱਤ ਪਾਏ ਜਾਂਦੇ ਆ, ਇੱਕ ਮਹੱਤਵਪੂਰਨ ਰੋਲ ਜਿਹੜਾ ਅਦਾ ਕਰਦੇ ਆ। ਅਤੇ ਇਸ ਤੋਂ ਇਲਾਵਾ ਸਮਾਂ ਵੀ ਇੱਕ ਮਹੱਤਵਪੂਰਨ ਰੋਲ ਜਿਹੜਾ ਵਾ ਮਿੱਟੀ ਦੀ ਰਚਨਾ ਕਰਨ ਵਿੱਚ ਅਦਾ ਕਰਦਾ ਹੈ। ਮਿੱਟੀ ਭਾਰਤ ਜਿਹੜਾ ਵਾ ਬੇਟਾ ਖੇਤੀ ਪ੍ਰਧਾਨ ਦੇਸ਼ ਆ, ਜ਼ਿਆਦਾ ਪਾਪੂਲੇਸ਼ਨ ਜਿਹੜੀ ਉਹ ਖੇਤੀਬਾੜੀ ਕਰਦੀ ਆ। ਅਤੇ ਭਾਰਤ ਵਿੱਚ ਪੂਰੇ ਭਾਰਤ ਵਿੱਚ ਕਹਿ ਲਓ ਇੱਕੋ ਕਿਸਮ ਦੀ ਮਿੱਟੀ ਨਹੀਂ ਪਾਈ ਜਾਂਦੀ। ਭਾਰਤ ਵਿੱਚ ਮੇਨ ਤੌਰ 'ਤੇ 6 ਕਿਸਮਾਂ ਦੀ ਮਿੱਟੀ ਜਿਹੜੀ ਉਹ ਪਾਈ ਜਾਂਦੀ ਹੈ। ਜਿਵੇਂ ਵੇਖੋ ਬੇਟਾ ਫਸਟ ਨੰਬਰ ਦੇ ਉੱਪਰ ਆਉਂਦੀ ਜਲੋੜ ਮਿੱਟੀ, ਨੰਬਰ 2 ਕਾਲੀ ਮਿੱਟੀ, ਨੰਬਰ 3 ਲਾਲ ਮਿੱਟੀ, 4 ਲੈਟਰਾਈਟ ਮਿੱਟੀ, 5 ਜੰਗਲੀ ਜਾਂ ਪਰਬਤੀ ਮਿੱਟੀ ਅਤੇ 6 ਦੇ ਉੱਤੇ ਆਉਂਦੀ ਮਾਰੂਥਲੀ ਮਿੱਟੀ। ਹੁਣ ਮਿੱਟੀਆਂ ਬਾਰੇ ਵਿਸਥਾਰ ਨਾਲ ਪੜ੍ਹਦੇ ਹਾਂ। ਸਭ ਤੋਂ ਪਹਿਲੇ ਨੰਬਰ 'ਤੇ ਆਉਂਦੀ ਜਲੋੜ ਮਿੱਟੀ। ਜਲੋੜ ਮਿੱਟੀ ਜੋ ਦਰਿਆਵਾਂ ਦੇ ਪਾਣੀ ਦੁਆਰਾ ਰੋੜ ਕੇ ਲਿਆਂਦੀ ਹੋਈ ਮਿੱਟੀ ਦੇ ਜਮ੍ਹਾਂ ਹੋਣ ਨਾਲ ਬਣਦੀ ਹੈ। ਠੀਕ ਹੈ, ਸਮੁੰਦਰੀ ਤੱਟ ਦੇ ਨਾਲ ਨਾਲ ਲਹਿਰਾਂ ਵੀ ਇਸ ਮਿੱਟੀ ਦਾ ਜਮ੍ਹਾਂ ਕਰਦੀਆਂ ਹੈ। ਜਦੋਂ ਕਿਸੇ ਖੇਤਰ ਵਿੱਚ ਹੜ੍ਹ ਆਉਂਦੇ ਆ ਅਤੇ ਪਾਣੀ ਵਿੱਚ ਘੁਲੇ ਹੋਏ ਮਿੱਟੀ ਦੇ ਛੋਟੇ ਛੋਟੇ ਜਿਹੜੇ ਕਣ ਧਰਤੀ ਦੀ ਤਹਿ ਦੇ ਉੱਤੇ ਜਮ੍ਹਾਂ ਹੋ ਜਾਂਦੇ ਆ ਅਤੇ ਇਹਨਾਂ ਨੂੰ ਇਹ ਜਿਹੜੇ ਤੱਤ ਆ ਧਰਤੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੇ ਆ। ਅਤੇ ਬੇਟਾ ਜਲੋੜ ਮਿੱਟੀ 45% ਏਰੀਆ ਵਿੱਚ ਪਾਈ ਜਾਂਦੀ ਹੈ। ਅਤੇ ਜਲੋੜ ਮਿੱਟੀ ਨੂੰ 2 ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਖਾਡਰ ਅਤੇ ਬਾਂਗਰ। ਖਾਡਰ ਨਵੀਂ ਜੰਮੀ ਹੋਈ ਮਿੱਟੀ, ਜਿਵੇਂ ਦੱਸਿਆ ਹੈ ਕਿ ਹੜ੍ਹ ਹੋਣ ਦੇ ਕਾਰਨ ਮਿੱਟੀ ਦਾ ਜਮ੍ਹਾਂ ਹੁੰਦਾ ਹੈ। ਖਾਡਰ ਹੁੰਦੀ ਪੁਰਾਣੀ ਜੰਮੀ ਹੋਈ ਮਿੱਟੀ। ਅਤੇ ਇਹ ਮਿੱਟੀ ਜ਼ਿਆਦਾਤਰ ਸਿੰਧ, ਗੰਗਾ, ਬ੍ਰਹਮਪੁੱਤਰ ਦੇ ਖੇਤਰ ਵਿੱਚ ਹੀ ਪਾਈ ਜਾਂਦੀ ਹੈ। ਨੈਕਸਟ ਆਉਂਦੀ ਜੇ ਕਾਲੀ ਮਿੱਟੀ। ਕਾਲੀ ਮਿੱਟੀ ਨੂੰ ਬੇਟਾ ਰੇਗੁਰ ਜਾਂ ਕਪਾਹੀ ਮਿੱਟੀ ਕਿਹਾ ਜਾਂਦਾ ਹੈ, ਕਿਉਂਕਿ ਕਪਾਹ ਦੀ ਖੇਤੀ ਦੇ ਲਈ ਇਹ ਮਿੱਟੀ ਬਹੁਤ ਜ਼ਰੂਰੀ ਹੈ, ਲਾਭਦਾਇਕ ਹੈਗੀ ਹੈ, ਬਹੁਤ ਢੁਕਵੀਂ ਹੈ। ਅਤੇ ਕਾਲੀ ਮਿੱਟੀ ਦਾ ਨਿਰਮਾਣ ਅਗਨੀ ਚਟਾਨਾਂ ਤੋਂ ਹੋਇਆ ਹੈ। ਠੀਕ ਹੈ, ਅਤੇ 16
6% ਹਿੱਸੇ ਦੇ ਵਿੱਚ ਖੇਤੀ ਮਿੱਟੀ ਜਿਹੜੀ ਆ ਪਾਈ ਜਾਂਦੀ ਹੈ। ਮੇਨ ਮਹਾਰਾਸ਼ਟਰ, ਮੱਧ ਪ੍ਰਦੇਸ਼, ਕਰਨਾਟਕ, ਆਂਧਰਾ ਪ੍ਰਦੇਸ਼, ਗੁਜਰਾਤ, ਤਾਮਿਲਨਾਡੂ ਵਿੱਚ ਪਾਈ ਜਾਂਦੀ ਹੈ ਬੇਟਾ। ਤੇ ਇਸ ਮਿੱਟੀ ਦੇ ਵਿੱਚ ਕਣਕ, ਜਵਾਰ, ਅਲਸੀ, ਤੰਬਾਕੂ, ਸੂਰਜਮੁਖੀ ਜਿਹੜੀਆਂ ਫਸਲਾਂ ਵਾ ਕਪਾਹ ਦੇ ਇਲਾਵਾ ਬੀਜੀਆਂ ਜਾਂਦੀਆਂ। ਨੈਕਸਟ ਬੇਟਾ ਮਿੱਟੀ ਆਉਂਦੀ ਲਾਲ ਮਿੱਟੀ। ਲਾਲ ਮਿੱਟੀ 10.6% ਹਿੱਸੇ 'ਚ ਆਉਂਦੀ ਹੈ। ਇਸ ਮਿੱਟੀ ਦੇ ਰੰਗ ਦੇ ਕਰਕੇ ਹੀ ਇਹਦਾ ਨਾਂ ਜਿਹੜਾ ਲਾਲ ਮਿੱਟੀ ਪਿਆ ਹੈ ਬੇਟਾ। ਇਹਦੇ ਵਿੱਚ ਚੂਨਾ, ਮੈਗਨੀਸ਼ੀਅਮ, ਫਾਸਫੇਟ, ਨਾਈਟ੍ਰੋਜਨ, ਜੈਵਿਕ ਮਾਦਾ ਜਿਹੜਾ ਉਹਨਾਂ ਦੀ ਘਾਟ ਹੁੰਦੀ ਹੈ। ਤੇ ਫਸਲਾਂ ਉਗਾਉਣ ਦੇ ਲਈ ਇਹ ਮਿੱਟੀ ਜ਼ਿਆਦਾ ਲਾਹੇਵੰਦ ਨਹੀਂ ਹੁੰਦੀ, ਪਰ ਖਾਦਾਂ ਦੀ ਵਰਤੋਂ ਕਰਕੇ ਇਸ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈਗਾ ਹੈ। ਨੈਕਸਟ ਮਿੱਟੀ ਆਉਂਦੀ ਹੈ ਲੈਟਰਾਈਟ ਮਿੱਟੀ। ਲੈਟਰਾਈਟ ਮਿੱਟੀ ਜਿਹੜੀ ਹੈ ਇਹਦਾ ਰੰਗ ਵੀ ਲਾਲ ਹੁੰਦਾ ਹੈ। 90 ਤੋਂ 100% ਤੱਕ ਬੇਟਾ ਇਹਦੇ ਵਿੱਚ ਲੋਹ ਤੱਤ, ਐਲੂਮੀਨੀਅਮ, ਮੈਗਨੀਜ਼ ਦੇ ਆਕਸਾਈਡ ਤੋਂ ਬਣਦੀ ਹੈਗੀ ਹੈ। ਠੀਕ ਹੈ। ਇਹ ਮਿੱਟੀ ਦੀ ਰਚਨਾ ਉੱਥੇ ਹੁੰਦੀ ਆ ਜਿੱਥੇ ਟੈਂਪਰੇਚਰ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਵਰਖਾ ਵੀ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਬੇਟਾ। ਜਦੋਂ ਵਰਖਾ ਹੁੰਦੀ ਹੈ ਤਾਂ ਕੀ ਹੁੰਦਾ ਹੈ ਕਿ ਮਿੱਟੀ ਦੇ ਉਪਜਾਊ ਕਣ ਜਿਹੜੇ ਆ ਧਰਤੀ ਦੇ ਅੰਦਰ ਜਿਹੜੀ ਹੇਠਾਂ ਚਲੇ ਜਾਂਦੇ ਆ ਅਤੇ ਉੱਪਰ ਰਹਿ ਜਾਂਦੇ ਸਿਰਫ ਆਕਸਾਈਡ ਤੱਤ। ਆਕਸਾਈਡ ਤੱਤ ਰਹਿਣ ਦੇ ਕਰਕੇ ਇਹ ਜਿਹੜੀ ਆ ਇਹਦੇ ਵਿੱਚ ਉਪਜਾਊ ਸ਼ਕਤੀ ਦੀ ਘਾਟ ਹੋ ਜਾਂਦੀ ਆ ਅਤੇ ਇਹ ਜਿਹੜੀ ਆ ਫਸਲਾਂ ਦੇ ਲਈ ਜ਼ਿਆਦਾ ਲਾਹੇਵੰਦ ਨਹੀਂ ਹੁੰਦੀ, ਪਰ ਖਾਦਾਂ ਦੀ ਵਰਤੋਂ, ਸਿੰਚਾਈ ਸਹੂਲਤਾਂ ਦੇ ਕਰਕੇ ਇੱਥੇ ਫਸਲਾਂ ਜਿਹੜੀਆਂ ਵਾ ਉਹ ਪੈਦਾ ਕੀਤੀਆਂ ਜਾ ਸਕਦੀਆਂ। ਇਸ ਤੋਂ ਨੈਕਸਟ ਆਉਂਦੀ ਜੰਗਲੀ ਜਾਂ ਪਰਬਤੀ ਮਿੱਟੀ। ਜੰਗਲੀ ਜਾਂ ਪਰਬਤੀ ਜਿਹੜੀ ਪਰਬਤੀ ਖੇਤਰ ਜਾਂ ਪਹਾੜੀ ਖੇਤਰਾਂ ਵਿੱਚ ਪਾਈ ਜਾਂਦੀ ਹੈ। ਪੂਰਬੀ ਪੱਛਮੀ ਘਾਟਾਂ ਵਿੱਚ ਪਾਈ ਜਾਂਦੀ ਹੈ। ਇਹਦੇ ਵਿੱਚ ਚਾਹ ਦੀ ਫਸਲ ਜਿਹੜੀ ਜ਼ਿਆਦਾ ਜਿਹੜੀ ਉਹ ਪੈਦਾ ਕੀਤੀ ਜਾਂਦੀ ਹੈ। ਨੈਕਸਟ ਆਉਂਦੀ ਮਾਰੂਥਲੀ ਮਿੱਟੀ। ਮਾਰੂਥਲੀ ਜਿਹੜੀ ਕਹਿ ਲਓ ਉਪਜਾਊ ਨਹੀਂ ਹੁੰਦੀ, ਪਾਣੀ ਦੀ ਘਾਟ ਹੁੰਦੀ ਹੈ, ਰੇਤ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਪੰਜਾਬ, ਰਾਜਸਥਾਨ, ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਪਾਈ ਜਾਂਦੀ ਹੈਗੀ ਹੈ ਅਤੇ 4.3% ਹਿੱਸਾ ਜਿਹੜਾ ਵਾ ਉਹ ਪੂਰੇ ਇੰਡੀਆ ਵਿੱਚ ਇਸ ਮਿੱਟੀ ਦਾ ਪਾਇਆ ਜਾਂਦਾ ਹੈ। ਅਤੇ ਬੇਟਾ ਇਹ ਪਾਣੀ ਨੂੰ ਜ਼ਿਆਦਾ ਚਿਰ ਸਮਾ ਕੇ ਨਹੀਂ ਰੱਖ ਸਕਦੀ, ਇਸ ਕਰਕੇ ਇੱਥੇ ਫਸਲਾਂ ਜਿਹੜੀਆਂ ਵਾ ਜਿਨ੍ਹਾਂ ਨੂੰ ਪਾਣੀ ਦੀ ਘੱਟ ਲੋੜ ਹੁੰਦੀ ਹੈ ਉਹੀ ਬੀਜੀਆਂ ਜਾਂਦੀਆਂ ਹੈ। ਠੀਕ ਹੈ। ਜਿਵੇਂ ਜੌਂ, ਬਾਜਰਾ, ਦਾਲਾਂ ਇਹ ਬੀਜੀਆਂ ਜਾਂਦੀਆਂ। ਇਹਨਾਂ ਕਿਸਮਾਂ ਤੋਂ ਇਲਾਵਾ ਭਾਰਤ ਵਿੱਚ ਹੋਰ ਵੀ ਕਿਸਮਾਂ ਜਿਹੜੀਆਂ ਵਾ ਉਹ ਪਾਈਆਂ ਜਾਂਦੀਆਂ ਹੈ ਜੋ ਘੱਟ ਮਾਤਰਾ ਵਿੱਚ ਹੁੰਦੀਆਂ ਹੈ, ਜਿਵੇਂ ਦਲਦਲੀ, ਨਮਕ ਵਾਲੀ, ਖਾਰ ਵਾਲੀ ਮਿੱਟੀ, ਤਰਾਈ ਵਾਲੀ ਮਿੱਟੀ, ਪਰ ਇਹਨਾਂ ਦੀ ਮਾਤਰਾ ਘੱਟ ਹੁੰਦੀ ਆ ਅਤੇ ਜਿਹੜੀਆਂ 6 ਕਿਸਮਾਂ ਇਹਨਾਂ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਬੇਟਾ। ਕਿਸਮਾਂ ਤੋਂ ਇਲਾਵਾ ਨੈਕਸਟ ਟੌਪਿਕ ਤੁਹਾਡਾ ਆਉਂਦਾ ਹੈ ਮਿੱਟੀ ਦੀਆਂ ਸਮੱਸਿਆਵਾਂ, ਕਿ ਮਿੱਟੀ ਦੀ ਵਰਤੋਂ ਹੀ ਲਗਾਤਾਰ ਕਰਦੇ ਪਏ ਹਾਂ ਅਤੇ ਮਿੱਟੀ ਦੀ ਲਗਾਤਾਰ ਵਰਤੋਂ ਦੇ ਨਾਲ ਮਿੱਟੀ ਦੇ ਜਿਹੜੇ ਉਪਜਾਊ ਤੱਤ ਆ ਉਹ ਘਟਦੇ ਜਾਂਦੇ। ਠੀਕ ਹੈ। ਜਦੋਂ ਇਹ ਵਾਰ-ਵਾਰ ਫਸਲਾਂ ਬੀਜਾਂਗੇ ਅਤੇ ਉਹਦੇ ਉਪਜਾਊ ਸ਼ਕਤੀ ਜਿਹੜੀ ਉਹ ਘਟਣੀ ਆ, ਆਪਾਂ ਕੀ ਕਰਦੇ ਖਾਦਾਂ ਦਵਾਈਆਂ ਦੀ ਵਰਤੋਂ ਕਰਕੇ ਉਹਦੀ ਉਪਜਾਊ ਸ਼ਕਤੀ ਨੂੰ ਵਧਾਉਂਦੇ ਹਾਂ। ਭਾਵ ਇੱਕ ਤਾਂ ਉਹਦੀ ਉਪਜਾਊ ਸ਼ਕਤੀ ਘਟਦੀ, ਦੂਜਾ ਅਸੀਂ ਖੇਤੀ ਕਰਨ ਦੇ ਤਰੀਕੇ ਜਿਹੜੇ ਸਾਡੇ ਉਹ ਗਲਤ ਢੰਗ ਬਣਾਉਂਦੇ ਹਾਂ। ਠੀਕ ਹੈ। ਇਸ ਤੋਂ ਇਲਾਵਾ ਮਿੱਟੀ ਦਾ ਰੇਤਲਾਪਨ, ਕਿ ਮਿੱਟੀ ਦੇ ਵਿੱਚ ਜਿਹੜੀ ਉਪਜਾਊ ਸ਼ਕਤੀ ਘਟਣ ਨਾਲ ਰੇਤ ਦੀ ਮਾਤਰਾ ਜਿਹੜੀ ਉਹ ਵਧਣੀ ਸ਼ੁਰੂ ਹੋ ਜਾਂਦੀ ਹੈ। ਮਿੱਟੀ ਦਾ ਖੁਰਨਾ ਭਾਵ ਭੌਂ-ਖੁਰ, ਕਿ ਦਰੱਖਤਾਂ ਦੀ ਲਗਾਤਾਰ ਕਟਾਈ ਦੇ ਨਾਲ, ਪਸ਼ੂਆਂ ਦੀ ਚਰਾਈ ਦੇ ਨਾਲ ਮਿੱਟੀ ਜਿਹੜੀ ਆ ਉਹ ਖੁਰਦੀ ਜਾਂਦੀ ਹੈ। ਠੀਕ ਹੈ। ਇਸ ਤੋਂ ਇਲਾਵਾ ਮਿੱਟੀ ਦੀ ਸਮਰੱਥਾ ਤੋਂ ਵੱਧ ਵਰਤੋਂ ਕਰਦੇ ਅਸੀਂ। ਮਿੱਟੀ ਦੇ ਵਿੱਚ ਜ਼ਿਆਦਾ ਸਮਾਂ ਪਾਣੀ ਜਿਹੜਾ ਉਹ ਖੜਾ ਰਹਿੰਦਾ ਹੈ, ਜਿਹਦੇ ਕਰਕੇ ਉਹ ਦਲਦਲੀ ਏਰੀਆ ਬਣ ਜਾਂਦਾ ਹੈ ਜਿੱਥੇ ਫਸਲਾਂ ਜਿਹੜੀਆਂ ਪੈਦਾ ਨਹੀਂ ਕੀਤੀਆਂ ਜਾਂਦੀਆਂ। ਅਤੇ ਇਹਨਾਂ ਸਮੱਸਿਆਵਾਂ ਨੂੰ ਖਤਮ ਕਰਨ ਦੇ ਲਈ ਕੀ ਹੈ, ਸਾਨੂੰ ਮਿੱਟੀ ਸਾਧਨ ਨੂੰ ਸਾਂਭ ਸੰਭਾਲ ਕੇ ਵਰਤਣਾ ਚਾਹੀਦਾ ਹੈ। ਸਹੀ ਢੰਗ ਤਰੀਕੇ ਅਪਣਾਉਣੇ ਚਾਹੀਦੇ ਆ, ਤਾਂ ਹੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਹੀ ਬਰਕਰਾਰ ਕਰ ਸਕਦੇ ਹਾਂ। ਜਿਵੇਂ ਬੇਟਾ ਸਭ ਤੋਂ ਪਹਿਲਾ ਨੰਬਰ ਕਿ ਰੁੱਖ ਲਗਾਉਣੇ ਚਾਹੀਦੇ ਪਹਾੜੀ ਖੇਤਰ ਦੇ ਵਿੱਚ, ਤਾਂ ਜੋ ਪਾਣੀ ਦੇ ਤੇਜ਼ ਵਹਾਅ ਨੂੰ ਰੋਕਿਆ ਜਾ ਸਕੇ। ਠੀਕ ਹੈ। ਜਿੱਥੇ ਪਾਣੀ ਵਾਧੂ ਆ ਉਸ ਪਾਣੀ ਨੂੰ ਸੇਮ ਵਾਲੀ ਸਮੱਸਿਆ, ਜਿੱਥੇ ਪਾਣੀ ਜ਼ਿਆਦਾ ਚਿਰ ਖੜਾ ਨਹੀਂ ਰਹਿੰਦਾ, ਮਤਲਬ ਪਾਣੀ ਦੀ ਘਾਟ ਆ, ਉਸ ਏਰੀਏ ਵਿੱਚ ਟਰਾਂਸਫਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਨਦੀਆਂ ਦੇ ਉੱਪਰ ਬੰਨ੍ਹ ਲਗਾ ਕੇ ਜਿਹੜੀਆਂ ਨਦੀਆਂ ਬਣਾਉਣੀਆਂ ਚਾਹੀਦੀਆਂ ਹੈ ਵੱਖਰੀਆਂ ਹੜ੍ਹਾਂ ਨੂੰ ਰੋਕਣ ਦੇ ਲਈ। ਠੀਕ ਹੈ। ਇਹ ਹੜ੍ਹਾਂ ਨੂੰ ਰੋਕਣ ਦੇ ਨਦੀਆਂ 'ਤੇ ਬੰਨ੍ਹ ਲਗਾਵਾਂਗੇ
ਫਿਰ ਅੱਗੇ ਉਹਨਾਂ ਦਾ ਸਿੰਚਾਈ ਦੇ ਲਈ ਉਸ ਪਾਣੀ ਦੀ ਵਰਤੋਂ ਜਿਹੜੀ ਉਹ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਜਿਹੜੀ ਸਾਡੇ ਗਲਤ ਤਰੀਕੇ ਉਹ ਮਿੱਟੀ ਨੂੰ ਕਮਜ਼ੋਰ ਕਰਦੇ ਪਏ ਆ। ਇਸ ਲਈ ਬੇਟਾ ਮਿੱਟੀ ਦੇ ਤਰੀਕੇ ਜਿਹੜੇ ਸਾਨੂੰ ਆਪਣੇ ਬਦਲਣੇ ਚਾਹੀਦੇ ਆ। ਵਧੀਆ ਢੰਗ ਜਿਹੜੇ ਅਸੀਂ ਵਰਤਾਂਗੇ ਤਾਂ ਹੀ ਮਿੱਟੀ ਜਿਹੜੀ ਆ ਉਹਦੀ ਉਪਜਾਊ ਸ਼ਕਤੀ ਬਰਕਰਾਰ ਰਹੂਗੀ ਅਤੇ ਮਿੱਟੀ ਨੂੰ ਅਸੀਂ ਲੰਮੇ ਸਮੇਂ ਤੱਕ ਜਿਹੜੀ ਉਹ ਵਰਤ ਕੇ ਰੱਖ ਸਕਦੇ ਹਾਂ। ਇਹਨੇ ਚੈਪਟਰ ਨੂੰ ਬੇਟਾ ਧਿਆਨ ਨਾਲ ਸੁਣਿਓ ਅਤੇ ਜੇ ਬੁੱਕ ਹੈਗੀ ਆ ਤਾਂ ਉਹਨੂੰ ਰੀਡ ਕਰਿਓ। ਜੇ ਕੋਈ ਪ੍ਰੋਬਲਮ ਆ ਤਾਂ ਉਹ ਦੱਸਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।